ਸਤਿ ਸ਼੍ਰੀ ਅਕਾਲ। ਤੁਸੀਂ ਦੇਖ ਰਹੇ ਹੋ ਪੰਜਾਬ ਮੇਲ USA TV। ਮੈਂ ਹਾਂ ਵਰੁਣ ਕੌਰ ਮਾਨ। ਖਬਰਾਂ ਦੇ ਬੁਲੇਟਿਨ ਵਿੱਚ ਤੁਹਾਡਾ ਸਵਾਗਤ। ਪੇਸ਼ ਨੇ ਪਹਿਲਾਂ ਚੁਣਵੀਆਂ ਖਬਰਾਂ। ਇੰਗਲੈਂਡ ਨੇ ਭਾਰਤ ਨੂੰ ਲਾਲ ਸੂਚੀ ਤੋਂ ਕੀਤਾ ਬਾਹਰ। 8 ਅਗਸਤ ਤੋਂ ਬ੍ਰਿਟੇਨ ਜਾ ਸਕਣਗੇ ਭਾਰਤੀ। ਹੋਟਲ ਕੁਆਰੰਟਾਈਨ ਵੀ ਲਾਜ਼ਮੀ ਨਹੀਂ। ਅਮਰੀਕਾ ਦੇ ਜ਼ਿਆਦਾਤਰ ਖੇਤਰਾਂ ਵਿੱਚ ਕਿਰਾਏਦਾਰਾਂ ਨੂੰ ਕੱਢਣ ਤੇ ਲੱਗੀ 60 ਦਿਨਾਂ ਦੀ ਪਾਬੰਦੀ। ਟੋਕੀਓ ਓਲੰਪਿਕ ਭਾਰਤੀ ਪੁਰਸ਼ ਹਾਕੀ ਟੀਮ ਨੇ ਰਚਿਆ ਇਤਿਹਾਸ। 41 ਸਾਲਾਂ ਬਾਅਦ ਜਿੱਤਿਆ ਤਮਗਾ। ਅਮਰੀਕਾ ਵਿੱਚ ਪ੍ਰਵਾਸੀਆਂ ਨੂੰ ਲਿਜਾ ਰਹੀ ਵੈਨ ਪਲਟੀ, 10 ਲੋਕਾਂ ਦੀ ਮੌਤ। ਅਮਰੀਕਾ ਨੇ ਵਿਸ਼ਵ ਭਰ ਵਿੱਚ ਕਰੋਨਾ ਵੈਕਸੀਨ ਦੀਆਂ 110 ਮਿਲੀਅਨ ਖੁਰਾਕਾਂ ਭੇਜੀਆਂ। ਜੋ ਬਾਈਡਨ। ISIS 'ਚ ਸ਼ਾਮਲ ਹੋਇਆ ਮਹਾਰਾਣੀ ਐਲਿਜ਼ਾਬੈਥ ਨੂੰ ਮਾਰਨ ਦੀ ਕਸਮ ਖਾਣ ਵਾਲਾ ਬ੍ਰਿਟਿਸ਼ ਹਮਲਾਵਰ। ਤੇ ਹੁਣ ਇਹਨਾਂ ਖਬਰਾਂ ਦਾ ਵਿਸਥਾਰ। ਇੰਗਲੈਂਡ ਨੇ ਕਰੋਨਾ ਵਾਇਰਸ ਨਿਯਮਾਂ ਵਿੱਚ ਢਿੱਲ ਦਿੰਦੇ ਹੋਏ ਭਾਰਤ ਨੂੰ ਲਾਲ ਸੂਚੀ ਤੋਂ ਬਾਹਰ ਕਰਨ ਦਾ ਫੈਸਲਾ ਕੀਤਾ। UK ਸਰਕਾਰ ਦੀ ਵੈਬਸਾਈਟ ਤੇ ਉਪਲਬਧ ਜਾਣਕਾਰੀ ਦੇ ਮੁਤਾਬਕ ਇੰਗਲੈਂਡ ਅਗਲੇ ਹਫ਼ਤੇ ਜਾਨੀ 8 ਅਗਸਤ ਤੋਂ ਭਾਰਤ ਨੂੰ ਲਾਲ ਸੂਚੀ ਤੋਂ ਹਟਾ ਕੇ ਅੰਬਰ ਲਿਸਟ ਵਿੱਚ ਸ਼ਾਮਲ ਕਰ ਦੇਵੇਗਾ। ਇਸ ਦਾ ਮਤਲਬ ਹੈ ਕਿ ਭਾਰਤੀ ਹੁਣ ਇੰਗਲੈਂਡ ਦੀ ਯਾਤਰਾ ਕਰ ਸਕਦੇ ਨੇ। ਭਾਰਤ ਤੋਂ ਇਲਾਵਾ UAE, ਕਤਰ ਅਤੇ ਬਹਿਰੀਨ ਨੂੰ ਅੰਬਰ ਲਿਸਟ ਵਿੱਚ ਸ਼ਾਮਲ ਕੀਤਾ ਗਿਆ। UK ਨੇ ਬੁੱਧਵਾਰ ਨੂੰ ਨਵਾਂ COVID-19 ਟਰੈਵਲ ਅਪਡੇਟ ਜਾਰੀ ਕੀਤਾ ਹੈ, ਜਿਸ ਵਿੱਚ ਇਹ ਜਾਣਕਾਰੀ ਦਿੱਤੀ ਗਈ ਹੈ। ਰੈੱਡ ਲਿਸਟ ਵਿੱਚ ਰਾਹਤ ਤੋਂ ਮਿਲਣ ਤੋਂ ਬਾਅਦ ਭਾਰਤੀ ਹੁਣ ਇੰਗਲੈਂਡ ਦੀ ਯਾਤਰਾ ਕਰ ਸਕਣਗੇ। UK ਸਰਕਾਰ ਨੇ ਕਿਹਾ ਕਿ ਭਾਰਤ ਅੰਬਰ ਲਿਸਟ ਵਿੱਚ ਸਵੇਰੇ 4 ਵਜੇ 8 ਅਗਸਤ ਨੂੰ ਸ਼ਾਮਲ ਕੀਤਾ ਜਾਵੇਗਾ। ਭਾਰਤ ਅਤੇ ਬ੍ਰਿਟੇਨ ਦੇ ਵਿੱਚ ਯਾਤਰਾ ਮਾਨਦੰਡਾਂ ਨੂੰ ਲੈ ਕੇ ਇਹ ਵੱਡੀ ਰਾਹਤ ਦੀ ਖਬਰ ਹੈ। ਹਾਲਾਂਕਿ ਅੰਬਰ ਲਿਸਟ ਵਾਲਿਆਂ ਨੂੰ ਬ੍ਰਿਟੇਨ ਵਿੱਚ ਯਾਤਰਾ ਕਰਨ ਦੇ ਲਈ 10 ਦਿਨਾਂ ਦਾ ਹੋਮ ਕੁਆਰੰਟਾਈਨ ਕਰਨਾ ਹੋਵੇਗਾ। ਟਰਾਂਸਪੋਰਟ ਸਕੱਤਰ ਨੇ ਟਵੀਟ ਕਰਦੇ ਹੋਏ ਕਿਹਾ, UAE, ਕਤਰ, ਭਾਰਤ ਅਤੇ ਬਹਿਰੀਨ ਨੂੰ ਲਾਲ ਸੂਚੀ ਤੋਂ ਬਾਹਰ ਕਰਕੇ ਅੰਬਰ ਲਿਸਟ ਵਿੱਚ ਸ਼ਿਫਟ ਕਰ ਦਿੱਤਾ ਜਾਵੇਗਾ। ਸਾਰੇ ਫੇਰਬਦਲ 8 ਅਗਸਤ ਨੂੰ ਸਵੇਰੇ 4 ਵਜੇ ਤੋਂ ਪ੍ਰਭਾਵੀ ਹੋਣਗੇ। ਅੰਬਰ ਦੇਸ਼ਾਂ ਦੀ ਲਿਸਟ ਵਾਲੇ ਜੋ ਲੋਕ ਇੰਗਲੈਂਡ ਜਾਣਾ ਚਾਹੁੰਦੇ ਨੇ, ਉਹਨਾਂ ਯਾਤਰਾ ਵਾਲੇ ਦਿਨਾਂ ਤੋਂ 3 ਦਿਨ ਪਹਿਲਾਂ ਕਰੋਨਾ ਟੈਸਟ ਕਰਾਉਣਾ ਹੋਵੇਗਾ। ਇੰਗਲੈਂਡ ਵਿੱਚ ਆਉਣ ਤੇ 2 ਵਾਰ ਕਰੋਨਾ ਟੈਸਟ ਕਰਾਉਣ ਦੇ ਲਈ ਪ੍ਰੀ ਬੁਕਿੰਗ ਕਰਾਉਣੀ ਹੋਵੇਗੀ ਤੇ ਫਿਰ ਇੱਕ ਯਾਤਰੀ ਲੋਕੇਟਰ ਫਾਰਮ ਨੂੰ ਵੀ ਭਰਨਾ ਹੋਵੇਗਾ। ਇੰਗਲੈਂਡ ਪੁੱਜਣ ਤੇ ਯਾਤਰੀਆਂ ਨੂੰ ਘਰ ਤੇ ਜਾਂ ਉਸੇ ਥਾਂ ਤੇ ਕੁਆਰੰਟਾਈਨ ਕਰਨਾ ਹੋਵੇਗਾ ਜਿੱਥੇ ਉਹ 10 ਦਿਨਾਂ ਦੇ ਲਈ ਰੁਕਣ ਵਾਲੇ ਨੇ। ਇੱਥੇ ਹੀ ਸਭ ਤੋਂ ਪਹਿਲਾਂ ਦੂਜੇ ਦਿਨ ਅਤੇ ਫਿਰ 8ਵੇਂ ਦਿਨ ਕਰੋਨਾ ਟੈਸਟ ਕੀਤਾ ਜਾਵੇਗਾ। ਅਮਰੀਕਾ ਵਿੱਚ ਹੋ ਰਹੇ ਕਰੋਨਾ ਕੇਸਾਂ ਵਿੱਚ ਵਾਧੇ ਦੇ ਮੱਦੇਨਜ਼ਰ ਡਿਸੀਜ਼ ਕੰਟਰੋਲ ਐਂਡ ਪ੍ਰੀਵੈਂਸ਼ਨ ਸੈਂਟਰ ਦੀ ਨਿਰਦੇਸ਼ਕ ਡਾਕਟਰ ਰਸ਼ੇਲ ਵੈਲੈਂਸਕੀ ਵੱਲੋਂ ਜ਼ਿਆਦਾ ਕੋਵਿਡ ਪ੍ਰਭਾਵਿਤ ਕਾਉਂਟੀਆਂ ਵਿੱਚ 60 ਦਿਨਾਂ ਲਈ ਬੇਦਖਲੀ ਤੇ ਰੋਕ ਲਗਾਈ ਗਈ ਹੈ। ਡਾਕਟਰ ਰਸ਼ੇਲ ਵੈਲੈਂਸਕੀ ਦੁਆਰਾ ਜਾਰੀ ਕੀਤੇ ਗਏ ਆਦੇਸ਼ਾਂ ਵਿੱਚ 3 ਅਕਤੂਬਰ ਦੀ ਸ਼ੁਰੂਆਤੀ ਸਮਾਪਤੀ ਮਿਤੀ ਵੀ ਸ਼ਾਮਲ ਹੈ, ਪਰ ਵਾਇਰਸ ਦੇ ਫੈਲਣ ਕਰਕੇ ਤਬਦੀਲੀਆਂ ਦੇ ਆਧਾਰ ਤੇ ਇਸ ਨੂੰ ਵਧਾਇਆ ਜਾਂ ਰੱਦ ਕੀਤਾ ਜਾ ਸਕਦਾ ਹੈ। CDC ਅਨੁਸਾਰ ਉਹ ਖੇਤਰ ਜਿੱਥੇ 7 ਦਿਨਾਂ ਦੀ ਮਿਆਦ ਵਿੱਚ ਪ੍ਰਤੀ 1 ਲੱਖ ਲੋਕਾਂ ਵਿੱਚ ਘੱਟੋ-ਘੱਟ 50 COVID-19 ਕੇਸ ਹਨ, ਜ਼ਿਆਦਾ ਵਾਇਰਸ ਪ੍ਰਭਾਵਿਤ ਖੇਤਰਾਂ ਵਿੱਚ ਆਉਂਦੇ ਨੇ। ਏਜੰਸੀ ਦੇ ਅਨੁਸਾਰ ਅਮਰੀਕਾ ਦੀਆਂ 80.87% ਕਾਉਂਟੀਆਂ ਇਸ ਸਮੇਂ ਇਹਨਾਂ ਸੰਚਾਰ ਦਰਾਂ ਦਾ ਸਾਹਮਣਾ ਕਰ ਰਹੀਆਂ ਨੇ। ਅਮਰੀਕਾ ਵਿੱਚ ਵਾਇਰਸ ਦੇ ਡੈਲਟਾ ਰੂਪ ਦੀ ਕਮਿਊਨਿਟੀ ਟਰਾਂਸਮਿਸ਼ਨ ਵਿੱਚ ਤੇਜ਼ੀ ਆਈ ਹੈ, ਜਿਸ ਨੇ ਵਧੇਰੇ ਅਮਰੀਕੀਆਂ ਨੂੰ ਖਤਰੇ ਵਿੱਚ ਪਾ ਦਿੱਤਾ। ਇਸ ਲਈ CDC ਅਨੁਸਾਰ ਇਹ ਪਾਬੰਦੀ ਲੋਕਾਂ ਨੂੰ ਉਹਨਾਂ ਦੇ ਘਰਾਂ ਵਿੱਚ ਰੱਖਣ ਤੇ ਬਾਹਰੀ ਇਕੱਠਾਂ ਤੋਂ ਬਚਾਉਣ ਲਈ ਸਹੀ ਹੈ। ਇਹ ਨਵੀਂ ਪਾਬੰਦੀ ਵਿੱਚ ਉਹਨਾਂ ਮਕਾਨਾਂ ਮਾਲਕਾਂ ਲਈ ਅਪਰਾਧਕ ਜੁਰਮਾਨੇ ਵੀ ਸ਼ਾਮਲ ਨੇ ਜੋ ਪ੍ਰਭਾਵਿਤ ਕਾਉਂਟੀਆਂ ਵਿੱਚ ਕਿਰਾਏਦਾਰਾਂ ਨੂੰ ਬੇਦਖਲ ਕਰਦੇ ਨੇ, ਜਿਸ ਦੇ ਤਹਿਤ ਇੱਕ ਬੇਦਖਲੀ ਜਿਸ ਦੇ ਨਤੀਜੇ ਵਜੋਂ ਜੇ ਮੌਤ ਹੁੰਦੀ ਹੈ ਤੇ $1 ਲੱਖ ਤੱਕ ਦਾ ਜੁਰਮਾਨਾ ਤੇ 1 ਸਾਲ ਤੱਕ ਦੀ ਕੈਦ ਹੋ ਸਕਦੀ ਹੈ, ਜਦਕਿ ਜਿਸ ਦੀ ਬੇਦਖਲੀ ਨਾਲ ਕੋਈ ਮੌਤ ਹੁੰਦੀ ਹੈ ਤਾਂ ਉਸ ਦੇ ਲਈ $25 ਲੱਖ ਤੱਕ ਦਾ ਜੁਰਮਾਨਾ ਹੋ ਸਕਦਾ ਹੈ ਤੇ 1 ਸਾਲ ਦੀ ਕੈਦ ਵੀ। ਭਾਰਤੀ ਪੁਰਸ਼ ਹਾਕੀ ਟੀਮ ਨੇ ਇਤਿਹਾਸ ਰਚ ਦਿੱਤਾ। ਭਾਰਤੀ ਟੀਮ ਨੇ ਜਰਮਨੀ ਨੂੰ 5-4 ਨਾਲ ਹਰਾਉਂਦੇ ਹੋਏ ਕਾਂਸੀ ਤਮਗਾ ਆਪਣੇ ਨਾਮ ਕਰਕੇ 41 ਸਾਲਾਂ ਬਾਅਦ ਹਾਕੀ ਵਿੱਚ ਮੈਡਲ ਜਿੱਤਿਆ। ਇਸ ਮੈਚ ਵਿੱਚ ਟੀਮ ਇੰਡੀਆ ਦੀ ਸ਼ੁਰੂਆਤ ਭਾਵੇਂ ਹੀ ਖਰਾਬ ਰਹੀ ਹੋਵੇ, ਪਰ ਉਸਨੇ ਲਗਾਤਾਰ ਗੋਲ ਕਰਕੇ ਵਾਪਸੀ ਕੀਤੀ। ਹਾਲਾਂਕਿ ਇਸ ਦੇ ਬਾਵਜੂਦ ਜਰਮਨੀ ਨੇ ਇੱਕ ਸਮੇਂ ਦਬਾਅ ਬਣਾਉਣ ਦੀ ਕੋਸ਼ਿਸ਼ ਕੀਤੀ, ਪਰ ਟੀਮ ਇੰਡੀਆ ਨੇ ਇੱਕ ਵਾਰ ਫਿਰ ਜ਼ਬਰਦਸਤ ਵਾਪਸੀ ਕੀਤੀ ਅਤੇ 5-4 ਦੀ बढ़त ਲੈ ਲਈ ਅਤੇ ਇਸ ਨੂੰ ਅੰਤ ਤੱਕ ਬਰਾਬਰ ਰੱਖਿਆ ਅਤੇ ਜਿੱਤ ਪ੍ਰਾਪਤ ਕੀਤੀ। ਪਹਿਲੇ ਕੁਆਰਟਰ ਵਿੱਚ ਜਰਮਨੀ ਨੇ ਭਾਰਤ ਉੱਤੇ ਦਬਦਬਾ ਬਣਾਇਆ। ਇਸ ਕੁਆਰਟਰ ਵਿੱਚ ਜਰਮਨੀ ਬਹੁਤ ਹਮਲਾਵਰ ਨਜ਼ਰ ਆਇਆ। ਜਰਮਨੀ ਦੀ ਟੀਮ ਨੇ ਪਹਿਲੇ ਮਿੰਟ ਵਿੱਚ ਹੀ ਗੋਲ ਕਰਕੇ ਆਪਣੇ ਇਰਾਦੇ ਸਪਸ਼ਟ ਕਰ ਦਿੱਤੇ ਅਤੇ ਸ਼ੁਰੂਆਤੀ बढ़त ਹਾਸਲ ਕਰ ਲਈ। ਉਸਨੂੰ ਪਹਿਲੇ ਕੁਆਰਟਰ ਦੀ ਸਮਾਪਤੀ ਤੋਂ ਪਹਿਲਾਂ ਪੈਨਲਟੀ ਕਾਰਨਰ ਮਿਲੇ। ਭਾਰਤ ਨੇ ਇਸ ਤੇ ਸ਼ਾਨਦਾਰ ਬਚਾਅ ਕੀਤਾ ਅਤੇ ਜਰਮਨੀ ਦੀ बढ़त ਨੂੰ 1-0 ਤੱਕ ਹੀ ਰੱਖਿਆ।
श्रीजेश ने लगातार 2 गोल रोके। दूजे हाफ विच भारत ने शानदार खेड दिखाई। भारत ने ना सिर्फ लगातार गोल कीते सगों जर्मनी के खिडारियों नूं भी हैरान कर दिता। दूजे हाफ विच जर्मनी की टीम दबाव विच दिखाई दी, जबकि भारत के खिडारी लगातार गोल की भाल विच सन, जिसका उन्हां नूं लाभ होया। सिमरनजीत सिंह ने हॉकी प्रेमियों नूं निराश नहीं किया ते गोल कीते। एक समा अजिहा भी आया जदों जर्मनी मैच विच 3-1 नाल लगे सी, पर फिर भारत ने शानदार खेड दिखाई अते जर्मनी नूं परेशान कर दिता। गोलकीपर श्रीजेश भी गोल ते खड़े रहे अते उन्होंने आखिरी मिनट तक जर्मनी नूं लीड लैण दा कोई मौका नहीं दिता। बहुत सारे पेनल्टी स्ट्रोक नूं भी रोकिया। सिमरनजीत सिंह ने 3 गोल कीते ते भारत नूं मैच विच वापसी दिवाई। जर्मनी की टीम दूजे हाफ विच वो कमाल नहीं दिखा सकी जो उसने पहले हाफ विच दिखाया। भारत लिए पहला गोल सिमरनजीत सिंह ने किया। टोक्यो ओलंपिक विच उसका दूजा गोल सी। हार्दिक सिंह नूं दूजा गोल करन दा मौका मिलिया। तीजा गोल करन दा मौका दोबारा सिमरनजीत सिंह दे हिस्से आया। चौथा गोल रुपिंदरपाल सिंह ने किया, जिसने पेनल्टी स्ट्रोक नूं गोल विच बदल दिता। इहो पल सी जदों भारत मैच विच 4-3 नाल अगे गया ਅਤੇ फिर सिमरनजीत सिंह ने 5वां गोल किया, जिस तो बाद भारत ने जर्मनी उत्ते 5-4 की बढ़त बना लई, जो मैच के अंत तक कायम रही। अमेरिका के टेक्सास सूबे विच प्रवासियों नूं लिजा रही एक वैन हादसाग्रस्त हो गई। इस हादसे विच 10 लोगों की मौत हो गई। स्थानक अखबार दी मॉनिटर ने ब्रूकस काउंटी के शेरिफ के हवाले नाल बुधवार नूं दस्सिया कि दक्षिण टेक्सास विच प्रवासियों नूं लिजा रही एक वैन के पलटन नाल 10 लोगों की मौत हो गई अते करीब 25 होर जख्मी हो गए। रिपोर्ट विच कहा गया है कि गड्डी के ड्राइवर की घटना स्थल ते ही मौत हो गई। अमेरिका कोरोना वायरस नूं खत्म करन दे उद्देश नाल दुनिया भर के गरीब देशों नूं कोरोना वैक्सीन दीआं खुराकां दान कर रहा है। इस संबंधी जानकारी दिंदिआं राष्ट्रपति जो बाइडन ने मंगलवार नूं दस्सिया कि अमेरिका ने विदेशों च महामारी का मुकाबला करन दे यत्नां दे हिस्से वजों 60 तो वध देशों नूं कोविड-19 टीकिਆਂ ਦੀਆਂ 110 मिलियन तो वध खुराकां दान वजों भेजियां। बाइडन ने व्हाइट हाउस तो बोलदिआं अमेरिका विच भी कोरोना टीकाकरण दीआं दरां नूं ਵਧਾਉਣ ਦੇ ਯਤਨਾਂ ਬਾਰੇ ਵਿਸਥਾਰਪੂਰਵਕ ਦੱਸਿਆ। दुनिया भर विच कोरोना वायरस के फैलण नूं रोकण विच सहायता लई राष्ट्रपति ने घट्टो घट्ट 80 मिलियन टीके दीआं खुराकां विदेशों नूं दान करन दा वादा कीता सी ते व्हाइट हाउस के अनुसार विदेशों च ज़्यादातर खुराकां कोवैक्स प्रोग्राम द्वारा भेजियां गईयां, जो कि एक विश्वव्यापी पहल है जो कोविड-19 टीकिਆਂ की दुनिया भर च निरपक्ष पहुंच नूं यकीनी बनाउण लई काम कर रही है। जानकारी अनुसार बाइडन प्रशासन द्वारा सब तो वध वैक्सीन दीआं खुराकां इंडोनेशिया नूं प्राप्त होईयां, जिन्हां दी गिणती 8 मिलियन शॉट है अते इस दे बाद फिलीपीनस ने 6.2 मिलियन अते कोलंबिया ने 6 मिलियन खुराकां प्राप्त कीतियां। इस दे इलावा अफ्रीका महाद्वीप के भी कई देशों में कोरोना वैक्सीन दीआं खुराकां अमेरिका वल्लों भेजियां गईयां। बाइडन प्रशासन अमेरिका दे नाल-नाल विश्व पद्धर ते भी कोरोना महामारी नूं खत्म करन दे यतन कर रहा है। लंडन विच चाकू मारन की घटना नूं अंजाम देण दे बाद पुलिस वल्लों मारे गए एक ब्रिटिश व्यक्ति ने जेल विचों रिहा होण तो पहलां कई कट्टड़पंथी विचार साझे कीते, जिन्हां विच राणी एलिजाबेथ दूजी नूं मारना भी शामिल सी। मंगलवार एक जांच विच होई सुणवाई दौरान यह गल सामने आई। पिछले साल फरवरी विच दक्षिणी लंडन विच चाकू हमले विच 2 लोगों नूं जख्मी करन दे बाद नकली आत्मघाती जैकेट पहने अंडरकवर हथियारबंद अधिकारियों ने 20 साला सुदेश अनमान दा कतल कर दिता सी। कट्टड़पंथी दस्तावेज़ां नूं रखण अते उन्हां नूं वंडण जहे इस्लामावादी संबंधित आतवादी अपराधां लई अनमान नूं 40 महीने की जेल की सज़ा तो जल्दी रिहा कीते जाण दे 10 दिनां दे अंदर हमला होया सी। लंडन के रॉयल कोर्ट ऑफ जस्टिस विच जूरी ने इस हफ्ते सुणवाई कीती अते कहा कि उसके बारे विच खुफिया जानकारी होण कारण उसनूं कैद विच रखण लई पुलिस दीआं दलीलां दे बावजूद उसनूं रिहा कर दिता गया सी। मंगलवार नूं अधिकारियों नूं पता चलिया कि दक्षिणी पूर्वी लंडन विच बेलमर्श जेल विच समा बिताउण दौरान उसका व्यवहार तेजी नाल हिंसक हो गया सी अते उसने इस्लामिक स्टेट समूह विच शामिल होण दी इच्छा जाहिर कीती सी। कैदी दी रिपोर्ट नूं देखदे होए ज्यूरी ने कहा कि वह ਵੱਖ-ਵੱਖ चीज़ां बारे बोल रहा है, जिवें इह जगह अविश्वासियों नाल भरी है अते इत्थे हर कोई IS दे काले झंडे हेठां जावेगा। पुछगिछ विच सामने आया है कि उसने राणी नूं मारना, आत्मघाती हमलावर बनन अते IS विच शामिल होण दी इच्छा समेत कई कट्टड़पंथी विचार भी सांझे कीते सन। अनमान दे बारे यह भी कहा गया है कि वह उस लाखां पिछे अपनी कथित बदनामी का आनंद लैंदा है अते मैनचेस्टर एरीना ते बंब नाल हमला करन वाले सलमान अवेदी दे भरा समेत होर कई प्रोफाइल अतवादी अपराधियों नाल मिल जाता है।
ਮੈਟਰੋਪੋਲੀਟਨ ਪੁਲਿਸ ਦੇ ਜਾਸੂਸ ਚੀਫ ਇੰਸਪੈਕਟਰ ਲਿਊਕ ਵਿਲੀਅਮਸ ਨੇ ਪੁੱਛਗਿੱਛ ਤੇ ਜਿਊਰੀ ਮੈਂਬਰਾਂ ਨੂੰ ਦੱਸਿਆ ਸੀ ਕਿ ਉਹ ਵਿਲਮਰਸ਼ ਵਿੱਚ ਸਭ ਤੋਂ ਘੱਟ ਉਮਰ ਦਾ ਅੱਤਵਾਦੀ ਅਪਰਾਧੀ ਹੋਣ ਤੇ ਮਾਣ ਮਹਿਸੂਸ ਕਰ ਰਿਹਾ ਅਤੇ ਅਜਿਹਾ ਲੱਗ ਰਿਹਾ ਸੀ ਕਿ ਉਸ ਨੂੰ ਕੋਈ ਪਛਤਾਵਾ ਹੈ। ਜਿਨਸੀ ਸ਼ੋਸ਼ਣ ਦੇ ਦੋਸ਼ ਚੱਲ ਰਹੇ ਨਿਊਯਾਰਕ ਦੇ ਗਵਰਨਰ ਐਂਡਰਿਊ ਕਿਊਮੋ ਤੋਂ ਰਾਸ਼ਟਰਪਤੀ ਬਾਈਡਨ ਨੇ ਅਸਤੀਫਾ ਮੰਗ ਲਿਆ। ਬਾਈਡਨ ਦਾ ਬਿਆਨ ਉਦੋਂ ਆਇਆ ਜਦੋਂ ਨਿਊਯਾਰਕ ਦੇ ਅਟਾਰਨੀ ਜਨਰਲ ਦੇ ਦਫ਼ਤਰ ਦੀ ਰਿਪੋਰਟ ਵਿੱਚ ਇਹ ਖੁਲਾਸਾ ਹੋਇਆ ਕਿ ਕਿਊਮੋ ਨੇ ਕਈ ਔਰਤਾਂ ਦਾ ਜਿਨਸੀ ਸ਼ੋਸ਼ਣ ਕੀਤਾ ਹੈ। ਉਹਨਾਂ ਨੇ ਕਿਹਾ ਕਿ ਮੈਨੂੰ ਲੱਗਦਾ ਹੈ ਕਿ ਕਿਊਮੋ ਨੂੰ ਅਸਤੀਫਾ ਦੇ ਦੇਣਾ ਚਾਹੀਦਾ ਹੈ। ਮੈਂ ਸਮਝਦਾ ਹਾਂ ਕਿ ਰਾਜ ਦੀ ਵਿਧਾਨ ਸਭਾ ਮਹਾਦੋਸ਼ ਦਾ ਫੈਸਲਾ ਕਰ ਸਕਦੀ ਹੈ। ਬਾਈਡਨ CNN ਚੈਨਲ ਦੇ ਪੱਤਰਕਾਰ ਕੇਟਲਿਨ ਕਲੋਨਸ ਦੇ ਸਵਾਲਾਂ ਦੇ ਜਵਾਬ ਦੇ ਰਹੇ ਸਨ। ਕਿਊਮੋ ਦੇ ਅਸਤੀਫੇ ਲਈ ਦੇਸ਼ ਦੇ ਸਭ ਤੋਂ ਸ਼ਕਤੀਸ਼ਾਲੀ ਡੈਮੋਕ੍ਰੇਟ ਬਾਈਡਨ ਵੱਲੋਂ ਇੱਕ ਗਵਰਨਰ ਲਈ ਅਜੇ ਤੱਕ ਦੀ ਸਭ ਤੋਂ ਮਹੱਤਵਪੂਰਨ ਝਿੜਕ ਹੈ, ਉਹ ਵੀ ਉਸ ਗਵਰਨਰ ਲਈ ਜੋ ਇਸ ਸਾਲ ਦੇ ਸ਼ੁਰੂ 'ਚ ਜਿਨਸੀ ਸ਼ੋਸ਼ਣ ਦੇ ਦੋਸ਼ਾਂ ਲਈ ਲੜੀ ਜਨਤਕ ਕੀਤੇ ਜਾਣ ਤੱਕ ਬਾਈਡਨ ਦੇ ਰਾਜਨੀਤਿਕ ਸਹਿਯੋਗੀ ਰਹੇ ਸਨ। ਅਫਗਾਨਿਸਤਾਨ ਵਿੱਚ ਫੌਜ ਵਾਪਸੀ ਦੇ ਚਲਦਿਆਂ ਅਮਰੀਕਾ ਨੇ ਕਿਹਾ ਕਿ ਪਾਕਿਸਤਾਨ ਅਫਗਾਨਿਸਤਾਨ 'ਚ ਸ਼ਾਂਤੀ ਲਈ ਅਹਿਮ ਭੂਮਿਕਾ ਨਿਭਾ ਸਕਦਾ ਹੈ ਤੇ ਇਸ ਸ਼ਾਂਤੀ ਨੂੰ ਪਾਕਿਸਤਾਨ ਨੂੰ ਲਾਭ ਹੋਵੇਗਾ। ਅਮਰੀਕੀ ਵਿਦੇਸ਼ ਵਿਭਾਗ ਦੇ ਬੁਲਾਰੇ ਨੇਡ ਪ੍ਰਾਈਸ ਨੇ ਇੱਕ ਰੋਜ਼ਾਨਾ ਪ੍ਰੈਸ ਕਾਨਫਰੰਸ ਵਿੱਚ ਕਿਹਾ ਕਿ ਅਸੀਂ ਅਫਗਾਨ ਸ਼ਾਂਤੀ ਪ੍ਰਕਿਰਿਆ ਨੂੰ ਅੱਗੇ ਵਧਾਉਣ ਅਤੇ ਦੱਖਣੀ ਏਸ਼ੀਆ ਵਿੱਚ ਸਥਿਰਤਾ ਲਿਆਉਣ ਦੇ ਪਾਕਿਸਤਾਨ ਦੇ ਯਤਨਾਂ ਦੀ ਸ਼ਲਾਘਾ ਕਰਦੇ ਹਾਂ, ਜਿਸ ਵਿੱਚ ਤਾਲਿਬਾਨ ਨੂੰ ਸਾਰਥਕ ਗੱਲਬਾਤ ਵਿੱਚ ਸ਼ਾਮਲ ਹੋਣ ਲਈ ਉਤਸ਼ਾਹਿਤ ਕਰਨਾ ਵੀ ਸ਼ਾਮਲ ਹੈ। ਉਹਨਾਂ ਨੇ ਕਿਹਾ ਕਿ ਅਫਗਾਨਿਸਤਾਨ ਵਿੱਚ ਸ਼ਾਂਤੀ ਨਾਲ ਪਾਕਿਸਤਾਨ ਨੂੰ ਬਹੁਤ ਲਾਭ ਹੋਣ ਵਾਲਾ ਹੈ ਅਤੇ ਉਸ ਦੀ ਭੂਮਿਕਾ ਮਹੱਤਵਪੂਰਨ ਹੋਣ ਜਾ ਰਹੀ ਹੈ। ਪਾਕਿਸਤਾਨ ਦੀ ਪਹਿਲ ਨਾਲ ਉਹ ਨਤੀਜੇ ਸਾਹਮਣੇ ਆਉਣਗੇ ਜੋ ਅਸੀਂ ਅਤੇ ਸਾਡੇ ਭਾਈਪਾਲ ਦੇਸ਼ ਉਡੀਕ ਰਹੇ ਨੇ। ਇਸ ਲਈ ਅਸੀਂ ਕੰਮ ਕਰਨਾ ਜਾਰੀ ਰੱਖਾਂਗੇ ਅਤੇ ਇਸ ਮੁੱਦੇ ਤੇ ਪਾਕਿਸਤਾਨੀ ਭਾਈਵਾਲਾਂ ਨਾਲ ਗੱਲਬਾਤ ਜਾਰੀ ਰੱਖਾਂਗੇ। ਇੱਥੇ ਦੱਸ ਦਈਏ ਕਿ ਪਿਛਲੇ ਹਫ਼ਤੇ ਪਾਕਿਸਤਾਨ ਦੇ ਰਾਸ਼ਟਰਪਤੀ ਸੁਰੱਖਿਆ ਸਲਾਹਕਾਰ ਮੋਇਦ ਯੂਸਫ ਨੇ ਅਮਰੀਕੀ ਸੁਰੱਖਿਆ ਸਲਾਹਕਾਰ ਜੇਕ ਸੁਲੀਵਾਨ ਨਾਲ ਮੁਲਾਕਾਤ ਕੀਤੀ ਸੀ। ਇੱਕ ਸਵਾਲ ਦੇ ਜਵਾਬ ਵਿੱਚ ਉਹਨਾਂ ਅਫਗਾਨਿਸਤਾਨ ਸ਼ਾਂਤੀ ਪ੍ਰਕਿਰਿਆ ਬਾਰੇ ਚੀਨ ਦੇ ਤਾਜ਼ਾ ਬਿਆਨ ਦਾ ਹਵਾਲਾ ਦਿੰਦਿਆਂ ਕਿਹਾ ਕਿ ਸ਼ਾਂਤੀ ਪ੍ਰਕਿਰਿਆ ਅਫਗਾਨ ਦੀ ਅਗਵਾਈ ਵਾਲੀ ਅਤੇ ਅਫਗਾਨ ਮਾਲਕੀ ਵਾਲੀ ਹੀ ਹੋਣੀ ਚਾਹੀਦੀ ਹੈ। ਅਮਰੀਕਾ ਵਿੱਚ ਵੱਡੀ ਗਿਣਤੀ ਵਿੱਚ ਭਾਰਤੀ ਲੋਕ ਵਧੀਆ ਜ਼ਿੰਦਗੀ ਬਤੀਤ ਕਰਨ ਲਈ ਮਿਹਨਤ ਕਰਦੇ ਨੇ। ਜ਼ਿਆਦਾਤਰ ਭਾਰਤੀ ਖਾਸ ਕਰਕੇ ਪੰਜਾਬ, ਹਰਿਆਣਾ ਆਦਿ ਸੂਬਿਆਂ ਨਾਲ ਸੰਬੰਧਿਤ ਲੋਕ ਅਮਰੀਕਾ ਵਿੱਚ ਟਰੱਕ ਕਾਰੋਬਾਰ ਨਾਲ ਜੁੜੇ ਹੋਏ ਨੇ। ਆਪਣੀ ਮਿਹਨਤ ਦੇ ਸਿਰ ਤੇ ਭਾਰਤੀ ਲੋਕਾਂ ਨੇ ਆਪਣੀਆਂ ਟਰਾਂਸਪੋਰਟਾਂ ਵੀ ਖੋਲ੍ਹੀਆਂ ਹਨ। ਮੀਲਾਂ ਦੂਰ ਦੇ ਸਫ਼ਰਾਂ ਤੇ ਟਰੱਕ ਚਲਾਉਂਦੇ ਸਮੇਂ ਕਈ ਡਰਾਈਵਰ ਵੀਰ ਖਰਾਬ ਮੌਸਮ ਅਤੇ ਹੋਰ ਕਾਰਨਾਂ ਕਰਕੇ ਜਾਨਲੇਵਾ ਹਾਦਸਿਆਂ ਦਾ ਸ਼ਿਕਾਰ ਹੋ ਜਾਂਦੇ ਨੇ। ਅਜਿਹਾ ਹੀ ਇੱਕ ਹਾਦਸਾ ਅਮਰੀਕਾ ਦੇ ਐਰੀਜ਼ੋਨਾ ਰਾਜ ਵਿੱਚ ਇੱਕ 37 ਸਾਲਾ ਭਾਰਤੀ ਟਰੱਕ ਡਰਾਈਵਰ ਨਾਲ ਹੋਇਆ, ਜਿਸ ਦੀ ਟਰੱਕ ਚਲਾਉਣ ਵੇਲੇ ਸੜਕ ਤੋਂ ਇੱਕ ਪਾਸੇ ਪਲਟਣ ਕਾਰਨ ਹਾਦਸੇ ਵਿੱਚ ਮੌਤ ਹੋ ਗਈ। ਇਸ ਮ੍ਰਿਤਕ ਡਰਾਈਵਰ ਦਾ ਨਾਮ ਨਿਰਮਲ ਸਿੰਘ ਹੈ ਜੋ ਹਰਿਆਣਾ ਦੇ ਕਰਨਾਲ ਜ਼ਿਲ੍ਹੇ ਨਾਲ ਸੰਬੰਧਿਤ ਹੈ। ਉਹ ਕਾਫੀ ਸਮੇਂ ਤੋਂ ਇੰਡੀਆਨਾ ਵਿੱਚ ਰਹਿੰਦਾ ਸੀ। ਪੁਲਿਸ ਅਧਿਕਾਰੀਆਂ ਦੁਆਰਾ ਇਹ ਘਟਨਾ ਐਰੀਜ਼ੋਨਾ ਦੇ ਫੈਲਗਸਟਾਫ ਨੇੜੇ ਹਾਈਵੇ 40 ਤੇ ਸੋਮਵਾਰ ਰਾਤ ਕਰੀਬ 11 ਵਜੇ ਵਾਪਰੀ ਦੱਸੀ ਜਾ ਰਹੀ ਹੈ ਅਤੇ ਮ੍ਰਿਤਕ ਜਾਰਜੀਆ ਤੋਂ ਕੈਲੀਫੋਰਨੀਆ ਜਾ ਰਿਹਾ ਸੀ। ਪੁਲਿਸ ਇਸ ਹਾਦਸੇ ਦੀ ਜਾਂਚ ਕਰ ਰਹੀ ਹੈ। ਇਹ ਮੰਨਿਆ ਜਾ ਰਿਹਾ ਹੈ ਕਿ ਨਿਰਮਲ ਸਿੰਘ ਦੀ ਹਾਦਸੇ ਦੌਰਾਨ ਮੌਕੇ ਤੇ ਮੌਤ ਹੋ ਗਈ, ਜਦੋਂ ਕਿ ਉਸ ਦਾ ਸਾਥੀ ਰਾਹੁਲ ਇੱਕ ਸਥਾਨਕ ਹਸਪਤਾਲ ਵਿੱਚ ਇਲਾਜ ਕਰਵਾ ਰਿਹਾ ਹੈ। ਨਿਰਮਲ ਸਿੰਘ ਦੇ ਦੋਸਤਾਂ ਨੇ ਦੱਸਿਆ ਕਿ ਉਹ ਆਪਣੇ ਪਿੱਛੇ ਆਪਣੀ ਪਤਨੀ ਅਤੇ ਇੱਕ 11 ਸਾਲ ਦੀ ਧੀ ਨੂੰ ਛੱਡ ਗਿਆ, ਜੋ ਕਿ ਕਰਨਾਲ ਵਿੱਚ ਰਹਿੰਦੇ ਹਨ। ਉਹਨਾਂ ਦੱਸਿਆ ਕਿ ਪਿਛਲੇ ਸਾਲ ਉਸਦੇ ਪੁੱਤਰ ਦੀ ਭਾਰਤ ਵਿੱਚ ਇੱਕ ਸੜਕ ਦੁਰਘਟਨਾ ਵਿੱਚ ਮੌਤ ਹੋ ਗਈ ਸੀ ਅਤੇ ਨਿਰਮਲ ਸਿੰਘ ਕਰੋਨਾ ਪਾਬੰਦੀਆਂ ਕਾਰਨ ਘਰ ਨਹੀਂ ਜਾ ਸਕਿਆ ਸੀ। ਉਹ ਇਸ ਸਾਲ ਦੇ ਅਖੀਰ ਵਿੱਚ ਭਾਰਤ ਦੀ ਯਾਤਰਾ ਕਰਨ ਦੀ ਯੋਜਨਾ ਬਣਾ ਰਿਹਾ ਸੀ। ਵੁਹਾਨ ਸ਼ਹਿਰ ਇੱਕ ਵਾਰ ਫਿਰ ਸੁਰਖੀਆਂ ਵਿੱਚ ਆ ਗਿਆ ਹੈ। ਇੱਥੇ 2019 ਚ ਕਰੋਨਾ ਵਾਇਰਸ ਦੀ ਸ਼ੁਰੂਆਤ ਹੋਈ ਸੀ। ਹੁਣ ਇੱਕ ਵਾਰ ਫਿਰ ਮਰੀਜ਼ਾਂ ਦੀ ਗਿਣਤੀ ਤੇਜ਼ੀ ਨਾਲ ਵਧਣ ਤੋਂ ਬਾਅਦ ਸਥਿਤੀ ਖਰਾਬ ਹੋ ਰਹੀ ਹੈ। ਇੱਥੇ ਸਾਰਿਆਂ ਦਾ ਕਰੋਨਾ ਟੈਸਟ ਕੀਤੇ ਜਾਣ ਦੌਰਾਨ ਪੂਰੇ ਸ਼ਹਿਰ ਨੂੰ ਸੀਲ ਕਰ ਦਿੱਤਾ ਗਿਆ। ਸ਼ਹਿਰ ਵਿੱਚ ਹਰ ਪਾਸੇ ਪਾਬੰਦੀ ਸਖਤ ਕਰ ਦਿੱਤੀ ਗਈ। ਵੁਹਾਨ ਸ਼ਹਿਰ ਤੋਂ ਨਾ ਤਾਂ ਕਿਸੇ ਨੂੰ ਨਿਕਲਣ ਦਿੱਤਾ ਜਾ ਰਿਹਾ ਹੈ, ਨਾ ਹੀ ਕਿਸੇ ਨੂੰ ਇੱਥੇ ਦਾਖਲ ਹੋਣ ਦਿੱਤਾ ਜਾ ਰਿਹਾ ਹੈ। ਪੂਰੇ ਦੇਸ਼ ਵਿੱਚ ਇਨਫੈਕਸ਼ਨ ਕਾਰਨ ਹਾਈ ਅਲਰਟ ਕਰ ਦਿੱਤਾ ਗਿਆ। ਕਰੋਨਾ ਇਨਫੈਕਸ਼ਨ ਵਧਣ ਦਾ ਸੰਬੰਧ ਪੂਰਬੀ ਸ਼ਹਿਰ ਨੌਨਜਿੰਗ ਦੇ ਇੰਟਰਨੈਸ਼ਨਲ ਏਅਰਪੋਰਟ ਨੂੰ ਮੰਨਿਆ ਜਾ ਰਿਹਾ ਹੈ। ਇਸ ਸ਼ਹਿਰ ਦਾ 17 ਸੂਬਿਆਂ ਨਾਲ ਸੰਪਰਕ ਰਹਿੰਦਾ ਹੈ। ਰਾਈਟਰ ਮੁਤਾਬਕ ਚੀਨ 'ਚ ਕਰੋਨਾ ਇਨਫੈਕਸ਼ਨ ਦਾ ਇਹ ਕਹਿਰ ਡੈਲਟਾ ਵੇਰੀਐਂਟ ਕਾਰਨ ਸ਼ੁਰੂ ਹੋਇਆ ਸੀ। ਇਨਫੈਕਸ਼ਨ ਵਧਣ ਦੇ ਨਾਲ ਹੀ ਸਥਾਨਕ ਫਲਾਈਟਾਂ ਦੀ ਵੀ ਗਿਣਤੀ ਬਹੁਤ ਜ਼ਿਆਦਾ ਘਟਾ ਦਿੱਤੀ ਗਈ। ਯਾਤਰਾਵਾਂ ਤੇ ਪਾਬੰਦੀ ਲਗਾ ਦਿੱਤੀ ਗਈ। ਇੱਧਰ ਬਰਤਾਨੀਆ ਤੋਂ ਕੇਸ ਵਧਣ ਦੇ ਨਾਲ ਹੁਣ ਮਰਨ ਵਾਲਿਆਂ ਦੀ ਗਿਣਤੀ ਵੀ ਚਿੰਤਾ ਵਧਾਉਣ ਵਾਲੀ ਹੈ। ਲੰਡਨ 'ਚ ਮਾਰਚ ਤੋਂ ਬਾਅਦ ਇੱਕ ਦਿਨ 'ਚ ਸਭ ਤੋਂ ਵੱਧ 138 ਲੋਕਾਂ ਦੀ ਮੌਤ ਹੋਈ। 21,691 ਨਵੇਂ ਮਰੀਜ਼ ਮਿਲੇ। ਬਰਤਾਨੀਆ ਮੌਜੂਦਾ ਸਮੇਂ 'ਚ ਪਾਬੰਦੀ ਹਟਾਏ ਜਾਣ ਤੋਂ ਬਾਅਦ ਡੈਲਟਾ ਵੇਰੀਐਂਟ ਨਾਲ ਜੂਝ ਰਿਹਾ ਹੈ।
ਅਮਰੀਕਾ ਵਿੱਚ ਭਾਰਤੀ ਮੂਲ ਦੇ ਡਾਕਟਰਾਂ ਨੇ ਭਾਰਤ ਵਿੱਚ ਕੋਰੋਨਾ ਮਹਾਮਾਰੀ ਦੇ ਸੰਕਟ ਵਿੱਚ ਸਹਾਇਤਾ ਲਈ $5 ਮਿਲੀਅਨ ਇਕੱਠੇ ਕੀਤੇ। ਅਮਰੀਕਨ ਐਸੋਸੀਏਸ਼ਨ ਆਫ ਫਿਜ਼ੀਸ਼ੀਅਨਜ਼ ਆਫ ਇੰਡੀਅਨ ओरिजिन जो कि अमेरिका विच भारती मूल के हज़ारां डॉक्टरां की नुमाइंदगी करती है ने मंगलवार नूं जानकारी दिंदिआं दस्सिआ कि भारती मूल के अमेरिकी डॉक्टरां द्वारा इकट्ठे किए गए फंडां की वरतों भारत के 45 हस्पतालों नूं 2300 ऑक्सीजन कंसनट्रेटर, 100 वेंटीलेटर ते 100 हाई फ्लो नक कैनुला मशीनां प्रदान करने लई कीती गई सी। इस संस्था की प्रधान डॉक्टर अनुपमा गोटी मुखुला अनुसार अगस्त के अखीर तक तीजी लहर के भारत में आउण की संभावना दी रिपोर्टां तहत संस्था द्वारा कई एजेंसियां अते भारत सरकार नाल मिल के भारत के दूर दुराडे स्थानों की कोरोना संबंधी देखभाल अते सप्लाई विच सहायता कर रही है। इसके अलावा उप प्रधान डॉक्टर अंजना समादर ने दस्सिया कि यह एसोसीएशन कोरोना की आउण वाली तीजी लहर की तैयारी विच बाकी बचे फंडां की वरतों जारी रखेगी। भारतीय अमरीकियों ने जम्मू कश्मीर तो धारा 370 हटाए जाने की दूजी वर्षगांठ ते समागम किया। इस समागम के मौके ते एक समूह ने कहा कि जम्मू कश्मीर विच अतवादी हमलियां दीयां घटनावां 40% कमी च आईयां ने। कैपिटल हिल विच कश्मीर मूविंग फॉरवर्ड इन डेंजर जोन विषय ते हिंदू पॉलिसी रिसर्च एंड एडवोकेसी कलैक्टिव ने सैमीनार की मेज़बानी की। इस विच अमेरिका के विश्व हिंदू परिषद के ग्लोबल कश्मीरी पंडित डायस्पोरा के नाल ही कश्मीरी ते अफगान फिरके के मैंबरों ने भी शिरकत की। अमेरिकी विदेश मंत्री एंथनी ब्लिंकन ने भारत दौरे के मद्देनज़र 29 जुलाई को #कश्मीर फॉरवर्ड का 2 हफ्तिਆਂ का प्रोग्राम शुरू किया गया। इस फिरके ने एक बयान जारी करके कहा कि जम्मू कश्मीर विच इन्हां 2 सालां च अतवादी घटनावां 40% कमी आई है। विश्व सेहत संगठन ने सितंबर के अंत तक कोरोना टीकों की बूस्टर खुराक ते रोक लाने की बुधवार अपील करदिआं गरीब ते अमीर देशों विचाले टीकाकरण अंतर ते चिंता प्रगट की। WHO के डायरैक्टर टेड्रोस अधनोम घेब्रेयेसस ने जेनेवा च पत्रकार सम्मेलन च कहा कि अमीर देशों च प्रति 100 लोगों को हुण तक टीकिਆਂ ਦੀਆਂ तकरीबन 100 खुराकां दित्तियां जा चुकियां ने, जबकि टीके की सप्लाई की घाट च घट आमदन वाले देशों च प्रति 100 व्यक्तियों ते सिर्फ 1.5 खुराकां दित्तियां जा सकियां ने। उन्होंने कहा कि सानू टीकिਆਂ ਦਾ ਵੱਡਾ हिस्सा ज़्यादा आमदन वाले देशों च जाण देण दी नीति नू जल्द बदलण की लोड़ है। उन्होंने कहा कि इसके अनुसार WHO बूस्टर खुराक दिते जाण ते घट तो घट सितंबर के अंत तक रोक लाने की अपील कर रहा है ताकि घट्टो घट 10% आबादी नू टीका लग जाए। WHO अधिकारियों ने कहा कि विज्ञान च अजे यह गल साबित नहीं हुई कि टीके दीयां 2 खुराकां लै चुके लोगों को बूस्टर खुराक देण कोरोना वायरस का प्रसार रोकण ते प्रभावी होवेगा। WHO ने बार बार अमीर देशों को अपील की है कि वह विकासशील देशों तक टीकिਆਂ की पहुँच विच सुधार लई होर कदम उठाउण। अमेरिका की सिडनी मैकलैगलिन ने अपना ही विश्व रिकॉर्ड तोड़ते हुए टोक्यो ओलंपिक की महिला 400 मीटर हर्डल दौड़ च सोन तमगा जित्या। उसने 51.46 सैकेंड का समा लिया तो उसने हमवतनी दलीला मुहम्मद नूं पछाड़िया जिन्होंने सिल्वर तमगा जित्या। उन्होंने 51.58 सैकेंड का समा लिया। पंजाब राज महिला कमिशन वालों जल्द ही सूबे विच दिनों दिन वध रहे NRI लाड़ियां वालों लड़कियां नाल कीते जा रहे धोखाधड़ी के मामलों नाल नजिठण लई रणनीति घड़न हित DGP पंजाब नाल एक बैठक की जाएगी। ये जानकारी अज इत्थे पंजाब राज महिला कमिशन की चेयरपर्सन श्रीमती मनीषा गुलाटी ने ADGP श्री AS राय नाल पंजाब राज विच दिनों दिन सामने आ रहे NRI लाड़ियां वालों लड़कियां नाल कीते गए धोखाधड़ी के मामलों नाल सख्ती नाल नजिठण लई विचार वटांदरा करन लई रखी गई मीटिंग उपरंत दित्ती। इस मीटिंग दौरान श्रीमती गुलाटी ने दस्सिया कि बीते कुछ दिनों दौरान कमिशन कोल बहुता ज़्यादा गिणती विच NRI लड़कियां वालों लड़कियां नाल धोखाधड़ी करन दे मामलों संबंधी शिकायतां प्राप्त हो रही ने। उन्होंने कहा कि पंजाब दे NRI लड़कियां वालों सूबे दीयां लड़कियां दा आर्थिक सरीरिक अते मानसिक शोषण किया जा रहा। श्रीमती गुलाटी ने कहा कि इस मीटिंग विच पंजाब राज के NRI विंग के बाकी अधिकारियों को भी शामिल किया जाएगा अते NRI लाड़ियां वालों की जा रही धोखाधड़ी के मामलों को तेजी नाल नजिठण लई खाका तैयार किया जाएगा। NRI तो रिलेटेड मीटिंग रखी गई सी क्योंकि साडे कोल ना रोज़ बहुत सारियां अनलिमिटेड कंप्लेंट्स आ रही ने। इस पहले भी साडे कोल जो मैं ज्वाइन किया 2018 च जिहड़ियां मेरे कोल उदों भी मेरी ज्वाइनिंग तो बाद
ਬਹੁਤ ਸਾਰੀਆਂ ਕੰਪਲੇਂਟਸ ਇਹਨਾਂ ਲੜਕੀਆਂ ਦੀਆਂ ਸੀ ਕਿ ਜਿਨ੍ਹਾਂ ਵਿਚਾਰੀਆਂ ਨੂੰ ਜਸਟਿਸ ਹੀ ਨਹੀਂ ਮਿਲ ਪਾ ਰਿਹਾ। ਹੁਣ ਹਾਲੇ ਵੀ ਜਿਹੜੇ ਇਹ ਰੇਸ਼ੋ ਏ ਡੇ ਬਾਈ ਡੇ ਸਾਡੀ ਵੱਧਦੀ ਜਾ ਰਹੀ ਹੈ। ਇਸ ਸਨ ਹੁਣ ਤੱਕ ਦੀਆਂ ਖਬਰਾਂ। ਮੈਨੂੰ ਵਰੁਣ ਕੌਰ ਮਾਨੂ ਦਿਓ ਆ ਗਿਆ। ਹੋਰ ਖਬਰਾਂ ਦੇ ਲਈ ਸਾਡਾ YouTube ਚੈਨਲ ਪੰਜਾਬ ਮੇਲ USA TV ਸਬਸਕ੍ਰਾਈਬ ਜ਼ਰੂਰ ਕਰਨਾ। ਸਤਿ ਸ਼੍ਰੀ ਅਕਾਲ।